ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪਹਿਲਾ ਘਰ ਦੂਜਾ। ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਕਿਆ ਬਗ ਬਪੜਾ ਛਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ। ਰਹਾਉ ਰਖ ਰਖ ਚਰਨ ਧਰੇ ਵਿਚਾਰੀ, ਦੁਬਧਾ ਛੋੜ ਭਏ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਚਾਖੇ, ਆਵਣ ਜਾਣ ਰਹੇ ਗੁਰ ਰਾਖੇ। ਸਰਵਰ ਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮੈਂ ਹੰਸ ਹੰਸ ਮੈਂ ਸਾਗਰ, ਅਕਤ ਕਥਾ ਗੁਰ ਬਚਨੀ ਆਦਰ। ਸੁਨ ਮੰਡਲ ਇੱਕ ਜੋਗੀ ਬੈਸੈ, ਨਾਰ ਨਾ ਪੁਰਖ ਕਹੂੰ ਕਉ ਕੈਸੇ। ਤ੍ਰੈ ਭਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾਥ ਸੱਚੇ ਸ਼ਰਨਾਈ। ਆਨੰਦ ਮੂਲ ਅਨਾਥ ਆਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਭਗਤ ਵਛਲ ਪੈ ਕਾਟਨ ਹਾਰੇ, ਹਉਮੈ ਮਾਰ ਮਿਲੇ ਪਗ ਧਾਰੇ। ਅਨਕ ਜਤਨ ਕਰ ਕਾਲ ਸਤਾਏ, ਮਰਨ ਲਿਖਾਏ ਮੰਡਲ ਮਹਿ ਆਏ।
ਜਨਮ ਪਦਾਰਥ ਦੁਬਦਾ ਖੋਵੈ, ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ। ਕਹਿ ਤੋ ਪੜ ਤੋ ਸੁਣ ਤੋ ਏਕ, ਧੀਰਜ ਧਰਮ ਧਰਣੀ ਤਰ ਟੇਕ। ਜਤ ਸਤ ਸੰਜਮ ਹਿਰਦੈ ਸਮਾਏ, ਚੌਥੇ ਪਦ ਕੋ ਜੇ ਮਨ ਪਤਿਆਏ। ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਭਰਮ ਭਉ ਭਾਗੈ। ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ। ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਪਰਮ ਭਉ ਭਾਗੈ। ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਕਿ ਆਪ ਜੀ ਨੇ ਅੱਜ ਦੇ ਪਾਵਨ ਅੰਮ੍ਰਿਤਮਈ ਬਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਸੋਹਣੇ ਸਿੰਘਾਸਣ ਤੇ ਸੁਭਾਏਮਾਨ ਪ੍ਰਕਾਸ਼ਵਾਨ ਹੋ ਕੇ ਸਮੁੱਚੀ ਮਾਨੁਖ ਜਾਤੀ ਦੇ ਭਲਾਈ ਦੇ ਲਈ ਇਹ ਅੱਜ ਦੇ ਪਾਵਨ ਅੰਮ੍ਰਿਤਮਈ ਬਚਨ ਜੋ ਮੁਖਵਾਗ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੇ ਸਨ, ਸੋ ਆਪ ਸਮੂਹ ਸਾਧ ਸੰਗਤ ਨੇ ਇਹਨਾਂ ਪਾਵਨ ਬਚਨਾਂ ਨੂੰ ਸਰਵਣ ਕਰਕੇ ਆਪਣੇ ਜੀਵਨ ਸਫਲ ਕੀਤੇ ਹਨ। ਸਾਧ ਸੰਗਤ ਜੋ ਅੱਜ ਦੇ ਇਹ ਪਾਵਨ ਅੰਮ੍ਰਿਤਮਈ ਬਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 685 ਤੇ ਸੁਭਾਏਮਾਨ ਹਨ। ਸੋ ਆਓ ਆਪਾਂ ਸਾਰੇ ਹੀ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਨਾਲ ਸਾਂਝ ਕਰਨ ਦਾ ਯਤਨ ਕਰੀਏ ਅਤੇ ਸੁਰਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਨਾਲ ਜੋੜੀਏ, ਤਾਂ ਕਿ ਸਤਿਗੁਰ ਪਾਤਸ਼ਾਹ ਜੀ ਸਾਡੇ ਤੇ ਵੀ ਰਹਿਮਤ ਕਰਨ, ਸਾਡੇ ਤੇ ਵੀ ਬਖਸ਼ਿਸ਼ ਕਰਨ। ਇਹ ਅੰਮ੍ਰਿਤਮਈ ਬਚਨ ਜਿਹੜੇ ਹਨ ਸਾਡੇ ਹਿਰਦੇ ਰੂਪੀ ਘਰ ਵਿੱਚ ਟਿਕ ਜਾਣ, ਸਾਡੇ ਹਿਰਦੇ ਰੂਪੀ ਘਰ ਵਿੱਚ ਵਸ ਜਾਣ, ਤਾਂ ਕਿ ਜੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ। ਭਾਵ ਇਸ ਜੀਵਨ ਦੇ ਨਾਲ ਇਸ ਸੰਸਾਰ ਦੇ ਵਿੱਚ ਜੋ ਸਾਨੂੰ ਲਾਹਾ ਪ੍ਰਾਪਤ ਹੋਣਾ ਹੈ ਉਹ ਸਾਧ ਸੰਗਤ ਜੋ ਸਿਰਫ ਪਰਮਾਤਮਾ ਦੇ ਨਾਮ ਤੋਂ ਹੀ ਲਾਹਾ ਅਸੀਂ ਖੱਟ ਸਕਦੇ ਹਾਂ। ਬਾਕੀ ਦੁਨੀਆ ਵੀ ਜੋ ਕੁਝ ਅਸੀਂ ਤੱਕਦੇ ਹਾਂ ਇਹ ਸਾਰਾ ਕੁਝ ਮੋਹ ਮਾਇਆ ਹੈ। ਸਾਰਾ ਕੁਝ ਸੰਸਾਰ ਤੇ ਜੋ ਨਜ਼ਰ ਆਉਂਦਾ ਹੈ ਉਹ ਸਾਧ ਸੰਗਤ ਜੋ ਖਤਮ ਹੋਣ ਵਾਲਾ ਹੈ, ਨਾਸਵਾਨ ਹੈ। ਤੇ ਜੋ ਨਜ਼ਰ ਨਹੀਂ ਆਉਂਦਾ ਉਹ ਪਰਮਾਤਮਾ ਹਮੇਸ਼ਾ ਹਮੇਸ਼ਾ ਲਈ ਸੰਸਾਰ ਵਿੱਚ ਕਾਇਮ ਹੈ। ਕਿਉਂਕਿ ਉਹ ਕਾਲ ਤੋਂ ਰਹਿਤ ਹੈ,
ਜੂਨੀਆਂ ਤੋਂ ਮੁਕਤ ਹੈ। ਉਸੇ ਨੇ ਕਿਰਪਾ ਕੀਤੀ ਹੈ ਸਾਰਾ ਸੰਸਾਰ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ। ਸਤਿਗੁਰ ਪਾਤਸ਼ਾਹ ਜੀ ਦੇ ਇਹ ਪਾਵਨ ਅੰਮ੍ਰਿਤ ਰੂਪੀ ਬਚਨ ਕਿ ਉਸ ਮਾਲਕ ਨੇ ਇਹ ਬ੍ਰਹਿਮੰਡ ਬਣਾ ਰੱਖੇ ਹਨ। ਉਸ ਮਾਲਕ ਦੀ ਇਹ ਸਾਰੇ ਬ੍ਰਹਿਮੰਡ ਜਿਹੜੇ ਹਨ ਦੇਨ ਹਨ। ਸੋ ਸਾਧ ਸੰਗਤ ਜੋ ਅੱਜ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਸਾਰੇ ਹੀ ਇਹਨਾਂ ਪਾਵਨ ਬਚਨਾਂ ਨੂੰ ਦੁਹਰਾਈਏ, ਇਹਨਾਂ ਪਾਵਨ ਬਚਨਾਂ ਨਾਲ ਜੁੜਨ ਦਾ ਯਤਨ ਕਰੀਏ ਜੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਸਰਵਰ ਹੰਸ ਤੁਰੇ ਹੀ ਮੇਲਾ ਖਸਮੇ ਇਹ ਵੈ ਭਾਣਾ। ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਬਗਲਾ ਕਾਗ न रही सरवर जे होवे अत सियाणा। सच कमाणो सच पाइए कूड़े कूड़ा माना। नानक तिनको सतगुर मिलिया जिन धुरे पिया परवाना। भाव ओ मेरा मालक किन्हां नूं प्राप्त हुंदा है। गुरु पातशाह जी फरमान करदे ने, भाई जिन्हां दे धुरों लिखे हुए लेख हन उन्हां नूं परमात्मा प्राप्त हुंदा है। ਜਾਂ ਫਿਰ ਸੰਸਾਰ ਵਿੱਚ ਆ ਕੇ ਜਿਹੜੀ ਘਾਲਣਾ ਘਾਲਦੇ ਹਨ ਇਸ ਰਸਨਾ ਤੋਂ ਵਾਹਿਗੁਰੂ ਗੁਰੂ ਸਿਮਰਨ ਮੰਤਰ ਦਾ ਜਾਪ ਕਰਦੇ ਹਨ, ਬਾਣੀ ਦਾ ਜਾਪ ਕਰਦੇ ਹਨ, ਬਾਣੀ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਵਸਾ ਲੈਂਦੇ ਹਨ। ਉਹਨਾਂ ਦਾ ਸਾਧ ਸੰਗ ਜੋ ਇਹ ਲੋਕ ਵੀ ਸੁਖੀ ਹੋ ਜਾਂਦਾ ਹੈ, ਉਹ ਪਰਲੋਕ ਵੀ ਸੋਹਲੇ ਹੋ ਜਾਂਦੇ ਹਨ। ਸੋ ਆਓ ਸਾਰੇ ਹੀ ਇੱਕ ਵਾਰੀ ਰਸਨਾ ਨੂੰ ਕਰੀਏ ਜੀ ਪਵਿੱਤਰ। ਆਖੀਏ ਜੀ ਸਤਨਾਮ श्री वाहिगुरु साहिब जीओ। धनासरी महला पहला। घर दूजा अष्टपदियाँ एक ओंकार सतगुर प्रसाद। राग धनासरी दे विच धन धन साहिब श्री गुरु नानक देव जी महाराज जिमें बाणी दा कथन आउंदा है, आप नारायण कला धार जग मह परवरियो। निरंकार आकार जोत जग मंडल करियो। भाव आप गुरु नानक पातशाह जी रहमत दे ए पावन बचन बख्शिश कर रहे हैं। ये पावन अष्टपदी जो गुरु पातशाह ने बख्शिश की है, धन धन साहिब श्री गुरु नानक देव जी महाराज जो आप ही परमात्मा दे रूप सन, अपने मुखारबिंद तो इन्हां पावन वचनां नूं उचारण करदियां होइयां घर दूजा भाव दूसरे घर दे विच गाउण दी इजाजत कीती गई है। ते सतगुरु गुरु नानक पातशाह जी अष्टपदी भाव इस पावन मुखवाग दे 8 बंद हैं। सो साध संग जो इस करके अष्टपदी गुरु पातशाह जी उचारण करते हैं। एक ओंकार सतगुर प्रसाद संखेप दे विच गुरु पातशाह ने सानू इत्थे समझावना कीता है, भाई जिहड़ा एक बेड़ी नाल सागर दे विच बैठेगा, एक बेड़ी ते पैर रखेगा, वो सागर नूं पार कर सकदा है। ते जिस जीव ने दोने बेड़ियां ते पैर रख ले वो साध संग जो बहुती दूर जा नहीं सकता, उसने डुबना डुबना ही है। इसे करके गुरु पातशाह जी फरमान करते हैं, भाई उस एक नाल जुड़न दा यतन करो। एक कौन है? वो आप वाहिगुरु, वो आप निरंकार, आप करतार जिहड़ा सारियां विच विचर रहा है, सारियां दे नाल है। जह जह पेखों तह हदूर, दूर कतहु ना जाई। रब रहा सर्वत्र मैं मन सदा त्याई। भाव वो परमात्मा किते दूर नहीं, किते पहाड़ां विच नहीं लुकिया होया। जा किते वो तीर्थ स्नानां ते जाके असी उस नूं लभदे हां, नहीं। साध संग जो परमात्मा ते साडे नाल है हर वेले। सिर्फ लोड़ है सानू अंदरों खोजण दी, अंदरों प्रगट करन दी। ते अंदरों प्रगट किवें होवेगा? गुरु पातशाह ये भी सानू जुगती समझा रहे ने, भाई जदों तू बाणी नाल प्यार करेगा, गुरु दे दसे होए राह ते तुरेगा, बाणी नू हिरदे नाल पढ़ेगा ना, मन करके सिमरेगा, ते इस बाणी ने तैनू ओ परमात्मा दा दीदार कराउणा है जिस परमात्मा ने तैनू संसार विच भेजिया है। जिहड़ा परमात्मा तेरे नाल है, लेकिन इन्हां अखां नू ओ परमात्मा नज़र नहीं आउंदा। क्यों?
क्योंकि इन्हां अखां नूं साध संग जो संसारक रंग लग्या होया। साडियां अखां दे अगे पड़दा है संसार दा, मोह दा, माया दा। जदों तिकर ये पड़दा नहीं चुकिया जाता उदों तिकर हकीकत है कि असी उस मालिक नूं नहीं वेख सकते। सो इत्थे गुरु नानक पातशाह जी ने उस मालिक दा संखेप दे विच मंगल उचारण करदिआं सानूं समझाया है कि एक परमात्मा नाल जुड़ना है। उस दे नाल जुड़न दा सौखा ते सुचीजा ढंग ये है कि तू गुरु ग्रंथ साहिब महाराज जी की शरण विच आ जा। गुरु ग्रंथ साहिब महाराज जी की बाणी नूं पढ़, बाणी नूं विचार, बाणी नूं समझण दा यतन कर, ते फिर वो मालिक भी तैनूं सामने दिसण लग पवेगा। गुर सागर रतनी भरपूरे, अमृत संत चुगै नहीं दूरे। हर रस चोग चुगह प्रभ भावै, सरवर में हंस प्राण पत पावै। साध संगत जो गुरु पातशाह जी ने इत्थे बड़ा सुंदर फरमान किया है। हे भाई, गुरु मनो एक समुंदर है जो प्रभु की सिफत सलाह दे रत्नां नाल नक्को नक भरिया होया है। गुर सागर रतनी भरपूरे, अमृत संत चुगह नहीं दूरे। गुरमुख सिख उस सागर विचों आत्मक जीवन देण वाली खुराक प्राप्त कर लैंदे हन, जिवें हंस मोती सागर विचों चुगदे हन अते गुरु तो दूर गुरु दे प्यार वाले नहीं रह सकते। वो हर वेले गुरु दे सागर दे विचों, गुरु दे ज्ञान विचों ही वो अमृत रूपी मोती अते लाल चुगदे हन। प्रभु दी मेहर अनुसार संत जेड़े हन, भगत जेड़े हन, गुरु दे प्यारे जन जेड़े हन, वो उन्हां हंसां दी न्याई हन जेड़े हंस सागर विचों साध संगत जीओ माणक मोती चुगदे हन। लेकिन उसे सागर विचों साध संग जो बगला काग ना रही सरवर, जे होवे अत सियाणा। सच सच कमाणो सच्चो पाइए, कूड़े कूड़ा माना। नानक तिनको सतगुर मिलिया जन धुरे पिया परवाना। भाव जिन्हां ते मालिक दी मेहर हुंदी है, भाव गुरु पातशाह समझा रहे ने भाई सागर दे विच बगला भी है, लेकिन साध संग जो ओ बगला जेड़ा है अखां बंद कर लैंदा है ते मच्छी नूं डड्डियां नूं तकदा रहिंदा है। जदों उस दे सामने आ जांदे हन उसे वेले साध संग जो वो अपने मूँह नाल उन्हां नूं खा लैंदा है। लेकिन उसे सागर दे विच हंस भी हन, उन्हां दा खाना है मोती, उन्हां दा खाना है हीरे। सरवर हंस तुरे ही मेला, खसमे ए वै भाना। सरवर अंदर हीरा मोती, सो हंसां का खाना। बगला काग ना रही सरवर, जे होवे अत सियाणा। जिन्ना मर्जी अपने आप नूं सियाणा बगला अखवाउंदा है। इंसान भी अजकल अपने आप नूं बहुत सियाणा समझदा है, लेकिन साध संगत जीओ सियाणे होण दे बावजूद भी वो डड्डां ते मच्छियां ही खांदा रहिंदा है। लेकिन उत्थे ही जिहड़े हंस हन वो साध संगत जीओ माणक मोती चुगदे हन। इसे तरह गुरु पातशाह जी सानू समझा रहे हैं, जिहड़े गुरु दे प्यार वाले गुरसिख हन वो हंसां दी न्याई हन। गुरु सरोवर विचों वो हमेशा ही परमात्मा दे नाम रूपी चोग चुगदे हन। ते साध संगत जो सरवर विच उन्हां दा जेड़ा टिकाव हमेशा बनिया रहिंदा है। जिद दे मालिक प्रभु ने उन्हां ते किरपा कर दित्ती ते उन्हां नूं अपने नाल मिला लिया। सो साध संगत जो गुरु नानक पातशाह जी दे ये पावन बचन जो सानू समझा रहे हैं, असी भी इन्हां बाणी दे बचना मुताबिक अपने जीवन नूं जीउण दा यतन करिए ताकि साडा भी ये जीवन सवर सके। क्या बग बपड़ा छपड़ी नहाए, कीचड़ डूबे मैल ना जाए। साध संग जो ये पावन बंद दियां राहो दियां तुकां हन,
क्या बग बपड़ा छपड़ी नाए, कीचड़ डूबै मैल ना जाए। पावन राहो दीआं तुकां दे विच गुरु पातशाह जी फरमान करदे ने, भाई बेचारा बगला छपड़ी विच ਉਹ ਛਪੜੀ ਦੇ ਕੰਢੇ ਹੀ ਕਹਿੰਦੇ ਕਿ ਉਹ ਆਪਣੀਆਂ ਅੱਖਾਂ ਬੰਦ ਕਰਕੇ ਉਹਨਾਂ ਵੱਲ ਹੀ ਤੱਕਦਾ ਰਹਿੰਦਾ ਹੈ, ਸਗੋਂ ਛਪੜੀ ਵਿੱਚ ਨਹਾ ਕੇ ਕਿਚੜ ਵਿੱਚ ਡੁੱਬਦਾ ਹੈ। ਉਸ ਦੇ ਇਹ ਜਿਹੜੀ ਮੈਲ ਹੈ ਦੂਰ ਨਹੀਂ ਹੁੰਦੀ, ਜਿਹੜਾ ਮਨੁੱਖ ਗੁਰੂ ਸਮੁੰਦਰ ਨੂੰ ਛੱਡ ਕੇ ਇੰਜ ਕਹਿ ਲਈਏ ਅਸੀਂ ਦਰ ਦਰ ਦੀ ਠੋਕਰਾਂ ਤੇ ਭਾਵ ਦਰ ਦਰ ਤੇ ਜਾ ਕੇ ਆਪਣਾ ਇਹ ਸੀਸ ਝੁਕਾਉਂਦੇ ਹਾਂ, ਕਦੇ ਉਸ ਦੇਵੀ ਦੇਵਤੇ ਅੱਗੇ, ਕਦੇ ਉਸ ਮਝਾਰ ਤੇ ਅੱਗੇ, ਸਾਧ ਸੰਗਤ ਜੋ ਹੋਰ ਦੇ ਆਸਰੇ ਅਸੀਂ ਆਪਣੇ ਗੁਰੂ ਤੋਂ ਬੇਮੁਖ ਹੋਈ ਜਾਂਦੇ ਹਾਂ। ਸਾਡਾ ਵੀ ਸੁਭਾਅ ਬਗਲੇ ਵਾਂਗੂ ਬਣ ਚੁੱਕਿਆ ਹੈ। ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਉੱਥੋਂ ਇਹ ਹੋਰ ਮਾਇਆ ਮੋਹ ਦੀ ਮੈਲ ਨਾਲ ਅੰਦਰ ਭਰ ਜਾਂਦੇ ਹਨ, ਲੇਕਿਨ ਇੱਕ ਗੁਰੂ ਦਾ ਦਰ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰ ਹੈ, ਜਿਸ ਦਰ ਤੇ ਆ ਕੇ ਸਾਡੀ ਅੰਦਰਲੀ ਮੈਲ ਵੀ ਖਤਮ ਹੁੰਦੀ ਹੈ ਤੇ ਸਾਡਾ ਜਿਹੜਾ 84 ਦਾ ਗੇੜਾ ਹੈ ਇਹ ਵੀ ਖਤਮ ਹੋ ਜਾਂਦਾ ਹੈ ਜੀ। ਰਹਾਓ ਰਖ ਰਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਭਏ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਚਾਖੇ, ਆਵਣ ਜਾਣ ਰਹੇ ਗੁਰ ਰਾਖੇ। ਸਾਧ ਸੰਗਤ ਜੋ ਜੇ ਅਸੀਂ ਗੁਰੂ ਦੇ ਦਰ ਤੇ ਆ ਕੇ ਗੁਰੂ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰਾਂਗੇ ਕਿ ਗੁਰੂ ਪਾਤਸ਼ਾਹ ਜੀ ਸਾਡੇ ਤੇ ਜ਼ਰੂਰ ਮਿਹਰ ਕਰਨਗੇ, ਸਾਡੇ ਤੇ ਜ਼ਰੂਰ ਬਖਸ਼ਿਸ਼ ਕਰਨਗੇ। ਰਖ ਰਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਭਏ ਨਿਰੰਕਾਰੀ। ਭਾਵ ਅਸੀਂ ਦੁਬਦਾ ਨੂੰ ਮੁਕਤ ਕਿਵੇਂ ਹੋ ਸਕਦੇ ਹਾਂ? ਜਦੋਂ ਗੁਰੂ ਦਾ ਸ਼ਬਦ ਸਾਡੇ ਅੰਦਰ ਟਿਕੇਗਾ। ਉਸੇ ਸ਼ਬਦ ਨੇ ਸਾਡੇ ਲਈ ਮੁਕਤ ਪਦਾਰਥ ਹਰ ਰਸ ਚਾਖੇ, ਆਵਣ ਜਾਣ ਰਹੇ ਗੁਰ ਰਾਖੇ। ਭਾਵ ਗੁਰੂ ਦੀ ਕਿਰਪਾ ਦੇ ਨਾਲ ਸਾਡਾ ਆਉਣਾ ਜਾਣਾ ਕੱਟਿਆ ਜਾਣਾ ਹੈ। ਸਰਵਰ ਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ, ਆਗਤ ਕਥਾ ਗੁਰ ਬਚਨੀ ਆਦਰ। ਇੱਥੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਰਵਰ ਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਭਾਵ ਜਿਹੜੇ ਗੁਰੂ ਦੇ ਪਿਆਰ ਵਾਲੇ ਭਗਤ ਜਨ ਗੁਰਸਿੱਖ ਜਨ ਹਨ, ਉਹਨਾਂ ਨੂੰ ਗੁਰੂ ਦੇ ਦਰ ਤੋਂ ਹੀ ਪਿਆਰ ਤੇ ਭਗਤੀ ਪ੍ਰਾਪਤ ਹੁੰਦੀ ਹੈ। ਉਹ ਉਸ ਦਰ ਨੂੰ ਕਦੇ ਵੀ ਛੱਡ ਕੇ ਨਹੀਂ ਜਾਂਦੇ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ। ਭਾਵ ਉਹਨਾਂ ਦਾ ਸਭ ਕੁਝ ਹੀ ਉਹ ਸਰਵਰ, ਉਹ ਸਾਗਰ ਹੀ ਹੁੰਦਾ ਹੈ। ਤੇ ਇਸੇ ਕਰਕੇ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ, ਭਾਈ ਅਸੀਂ ਵੀ ਗੁਰੂ ਤੇ ਆਪਣੀ ਡੋਰੀ ਛੱਡ ਦਈਏ ਤੇ ਫਿਰ ਗੁਰੂ ਆਪ ਹੀ ਸਾਡੇ ਤੇ ਮਿਹਰ ਬਖਸ਼ਿਸ਼ ਕਰਨਗੇ। ਅਕਥ ਕਥਾ ਗੁਰਬਚਨੀ ਆਦਰ। ਸਿਰਫ ਗੁਰੂ ਦੇ ਬਚਨ ਦੀ ਕਮਾਈ ਕਰ ਲਈਏ ਤਾਂ ਹੀ ਸਾਡਾ ਜੀਵਨ ਜਿਹੜਾ ਹੈ ਇਹ ਸਵੱਛ ਹੋ ਸਕਦਾ ਹੈ ਜੀ। ਸੋਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੂੰ ਕਉ ਕੈਸੇ। ਤ੍ਰੈ ਪਵਨ ਜੋਤ ਰਹੇ ਲਿਵ ਲਾਏ, ਸੁਰ ਨਰ ਨਾਥ ਸੱਚੇ ਸਰਨਾਏ। ਸਾਧ ਸੰਗਤ ਜੋ ਇੱਥੇ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ, ਜਿਹੜਾ ਕੋਈ ਵਿਰਲਾ ਪ੍ਰਭੂ ਚਰਨਾਂ ਵਿੱਚ ਜੁੜਿਆ ਬੰਦਾ ਅਫਰ ਅਵਸਥਾ ਵਿੱਚ ਟਿਕਦਾ ਹੈ, ਉਸ ਦੇ ਅੰਦਰ ਇਸਤਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ। ਭਾਵ ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਉਂਦੀ। ਭਾਵ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ, ਦੱਸੋ ਕੋਈ ਇਹ
ਸੰਕਲਪ ਕਰ ਵੀ ਕਿਵੇਂ ਸਕਦਾ ਹੈ, ਕਿਉਂਕਿ ਗੁਰੂ ਤਾਂ ਸਦਾ ਉਸ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ, ਜਿਸ ਦੀ ਜੋਤ ਤਿੰਨੇ ਭਵਨਾਂ ਵਿੱਚ ਵਿਆਪਕ ਹੈ ਅਤੇ ਦੇਵਤੇ, ਮਨੁੱਖ, ਨਾਥ ਭਾਵ ਆਦਿਕ ਸਭ ਜਿਸ ਦਾ ਸਦਾ ਥਿਰ ਦੀ ਸ਼ਰਨ ਲਈ ਰੱਖਦੇ ਹਨ। ਸੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਇਹੋ ਜਿਹੇ ਜਿਹੜੇ ਜੀਵ ਹਨ ਜਿਹੜੇ ਆਪਣੀ ਸੁਰਤ ਨੂੰ ਗੁਰੂ ਨਾਲ ਜੋੜ ਕੇ ਰੱਖਦੇ ਹਨ, ਉਹ ਹਮੇਸ਼ਾ ਹੀ ਗੁਰੂ ਵਿੱਚ ਹੀ ਲੀਨ ਰਹਿੰਦੇ ਹਨ। ਭਾਵ ਗੁਰੂ ਵਿੱਚ ਲੀਨ ਰਹਿ ਕੇ ਉਹ ਸੰਸਾਰ ਨੂੰ ਜਿੱਤ ਪ੍ਰਾਪਤ ਕਰਦੇ ਹਨ। ਆਨੰਦ ਮੂਲ ਅਨਾਥ ਆਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ, ਭਗਤ ਬਛਲ ਪੈ ਕਾਟਨ ਹਾਰੇ, ਹੋਂ ਮੈਂ ਮਾਰ ਮਿਲੇ ਪਗ ਧਾਰੇ। ਤੇ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਇਹ ਹਕੀਕਤ ਹੈ, ਉਹਨਾਂ ਦੇ ਅੰਦਰੋਂ ਆਪਣੇ ਆਪ ਆਨੰਦ ਬਣ ਜਾਂਦਾ। ਆਨੰਦ ਮੂਲ ਅਨਾਥ ਆਧਾਰੀ ਭਾਵ ਗੁਰੂ ਆਪ ਹੀ ਕਿਰਪਾ ਕਰ ਦਿੰਦਾ ਹੈ, ਉਹਨਾਂ ਦੇ ਅੰਦਰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਮੁਖ ਭਗਤ ਸਹਿਜ ਵਿਚਾਰੀ ਭਾਵ ਉਹ ਸਹਿਜ ਵਿੱਚ ਰਹਿ ਕੇ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਦੇ ਹਨ, ਇਸ ਬਾਣੀ ਨੂੰ ਵਿਚਾਰਦੇ ਹਨ। ਭਗਤ ਵਛਲ ਪੈ ਕਾਟਨ ਹਾਰੇ, ਹੋਮੈ ਮਾਰ ਮਿਲੇ ਪਗ ਧਾਰੇ ਭਾਵ ਗੁਰੂ ਦੀ ਸੰਗਤ ਵਿੱਚ ਜੁੜਿਆ, ਗੁਰੂ ਦੀ ਸਤਸੰਗ ਕੀਤਿਆਂ, ਗੁਰੂ ਦੇ ਸ਼ਰਣੀ ਆਇਆ। ਸਾਧ ਸੰਗਤ ਜੀ ਉਹ ਹਕੀਕਤ ਹੈ ਕਿ ਹਉਮੈ ਦੀ ਜਿਹੜੀ ਮੈਲ ਹੈ, ਅੰਦਰ ਹਉਮੈ ਨਾਲ ਜਿਹੜਾ ਭੜਿਆ ਹੋਇਆ ਹਿਰਦਾ ਹੈ, ਉਹ ਹਉਮੈ ਖਤਮ ਹੋ ਜਾਂਦੀ ਹੈ। ਅਨਕ ਜਤਨ ਕਰ ਕਾਲ ਸਤਾਏ, ਮਰਨ ਲਿਖਾਏ ਮੰਡਲ ਮਹਿ ਆਏ। ਜਨਮ ਪਦਾਰਥ ਦੁਬਦਾ ਖੋਵੈ, ਆਪ ਨਾ ਚੀਨਸ ਭਰਮ ਭਰਮ ਰੋਵੈ। ਜਿਹੜੇ ਮਨਮੁਖ ਵਿਰਤੀ ਵਾਲੇ ਜੀਵ ਹਨ, ਉਹਨਾਂ ਨੂੰ ਹਰ ਸਮਾਂ ਮੌਤ ਤੋਂ ਡਰ ਰਹਿੰਦਾ ਹੈ। ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਅਨਕ ਜਤਨ ਕਰ ਕਾਲ ਸਤਾਏ। ਉਹ ਜਿੱਡੇ ਮਰਜੀ ਇੱਧਰ ਉੱਧਰ ਨੱਸਦੇ ਰਹਿਣ, ਲੇਕਿਨ ਉਹਨਾਂ ਦੇ ਅੰਦਰੋਂ ਕਾਲ ਦਾ ਜਿਹੜਾ ਡਰ ਹੈ ਉਹ ਕਦੇ ਖਤਮ ਨਹੀਂ ਹੁੰਦਾ। ਲੇਕਿਨ ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਭਾਈ ਇਹ ਤੇ ਸੱਤ ਹੈ, ਮਰਨ ਲਿਖਾਏ ਮੰਡਲ ਮੇ ਆਏ। ਜਨਮ ਲੈਣ ਤੋਂ ਪਹਿਲਾਂ ਤੇਰਾ ਮਰਨ ਲਿਖ ਦਿੱਤਾ ਸੀ ਉਸ ਪਰਮਾਤਮਾ ਨੇ, ਲੇਕਿਨ ਤੂੰ ਸੰਸਾਰ ਵਿੱਚ ਆ ਕੇ ਇਸ ਭੁਲੇਖਿਆਂ ਵਿੱਚ ਹੈ ਕਿ ਮੈਂ ਮਰਨਾ ਕੋਈ ਨਹੀਂ। ਇੱਥੇ ਤਾਂ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰ ਧਾਰੀ, ਛੱਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ। ਪਤਾ ਨਹੀਂ ਕਿੱਡੇ ਵੱਡੇ ਵੱਡੇ ਦੇਵੀ ਦੇਵਤੇ ਜੋਧੇ ਸੂਰਵੀਰ, ਸਾਰਿਆਂ ਨੂੰ ਇਹ ਸੰਸਾਰ ਛੱਡਣਾ ਪਿਆ। ਜਨਮ ਪਦਾਰਥ ਦੁਬਦਾ ਖੋਵੈ, ਆਪ ਨਾ ਚੀਨਸ ਭਰਮ ਭਰਮ ਰੋਵੈ। ਇਹ ਜਿਹੜਾ ਮਨੁੱਖਾ ਜਨਮ ਹੈ, ਇਸ ਨੂੰ ਤੂੰ ਦੁਬਦਾ ਦੇ ਵਿੱਚ ਖਤਮ ਕਰੀ ਜਾਣਾ ਹੈ। ਨਾ ਤੇ ਆਪ ਤੂੰ ਪਰਮਾਤਮਾ ਦੇ ਨਾਲ ਜੁੜਿਆ, ਨਾ ਕਿਸੇ ਹੋਰ ਨੂੰ ਜੋੜਿਆ। ਇਸ ਕਰਕੇ ਤੇਰਾ ਜਿਹੜਾ ਜੀਵਨ ਹੈ ਇਹ ਵਿਅਰਥ ਹੈ। ਕਹਿ ਤੋ ਪੜ ਤੋ ਸੁਣ ਤੋ ਏਕ, ਧੀਰਜ ਧਰਮ ਧਰਨੀ ਧਰ ਟੇਕ। ਜਤ ਸਤ ਸੰਜਮ ਹਿਰਦੈ ਸਮਾਏ, ਚੌਥੇ ਪਦ ਕੋ ਜੇ ਮਨ ਪਤੀ ਆਏ। ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਚੌਥੇ ਪਦ ਕੋ ਜੇ ਮਨ ਪਤੀ ਆਏ। ਪਰ ਜਿਹੜਾ ਮਨੁੱਖ ਇੱਕ ਪਰਮਾਤਮਾ ਦੀ ਸਿਫਤ ਸਲਾਹ ਹੀ ਨਿਤ ਉਚਾਰਦਾ ਹੈ, ਕਹਿ ਤੋ ਪੜ ਤੋ ਸੁਣ ਤੋ ਏਕ ਭਾਵ ਜਿਹੜਾ ਜੀਵ ਪਰਮਾਤਮਾ ਦੀ ਸਿਫਤ ਸਲਾਹ ਹੀ ਨਿਤ ਗਾਉਂਦਾ ਹੈ, ਉਚਾਰਨ ਕਰਦਾ ਹੈ, ਪੜਦਾ ਹੈ ਤੇ ਸੁਣਦਾ ਹੈ, ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ, ਉਹ ਗੰਭੀਰ ਸੁਭਾਅ ਭਾਵ ਗ੍ਰਹਿਣ ਕਰ ਲੈਂਦਾ ਹੈ। ਉਹ ਮਨੁੱਖ ਜੀਵਨ ਦੇ ਫਰਜ਼ ਨੂੰ ਪਛਾਣਦਾ ਹੈ। ਜੋ ਮਨੁੱਖ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਪਣੇ ਮਨ ਨੂੰ ਉਸ ਆਤਮਿਕ ਅਵਸਥਾ ਵਿੱਚ ਗੁਜਾ ਲਏ, ਜਿਹੜੀ ਸਾਧ ਸੰਗਤ ਜੋ ਦੁਨੀਆ ਦੀ ਅਵਸਥਾ ਦੇ ਵਿੱਚ ਜਿਸ ਨੇ ਆਪਣਾ ਮਨ ਤਨ ਲਾ ਲਿਆ, ਉਹ ਕਦੇ ਵੀ ਆਪਣਾ ਆਵਾਗੁਣ ਖਤਮ ਨਹੀਂ ਕਰ ਸਕਦਾ। ਜਿੱਥੇ ਮਾਇਆ ਦੇ ਤਿੰਨੇ ਹੀ ਗੁਣ ਜ਼ੋਰ ਨਹੀਂ ਪਾ ਸਕਦੇ, ਉਹ ਹੈ ਪ੍ਰਭੂ ਦੀ ਸਾਧ ਸੰਗਤ। ਤਾਂ ਸੁੱਤੇ ਹੀ ਜਤ ਸਤ ਤੇ ਸੰਜਮ
ਜਿਸ ਦੇ ਹਿਰਦੇ ਵਿੱਚ ਲੀਨ ਰਹਿੰਦੇ ਹਨ, ਜਿਸ ਦੇ ਹਿਰਦੇ ਵਿੱਚ ਇਹ ਜਤ ਹੋਵੇ, ਸਤ ਹੋਵੇ, ਸੰਜਮ ਉੱਥੇ ਹੋਵੇ, ਉੱਥੇ ਸਾਧ ਸੰਗ ਜੋ ਫਿਰ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਵਣਾ ਕੀਤਾ ਹੈ ਜੀ, ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਭਰਮ ਭਉ ਪਾਗੈ, ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ। ਇੱਥੇ ਗੁਰੂ ਪਾਤਸ਼ਾਹ ਜੀ ਲਾਸਟ ਪੰਕਤੀਆਂ ਦੇ ਵਿੱਚ ਬੜਾ ਹੀ ਸੋਹਣਾ ਜੀਵ ਨੂੰ ਸਮਝਾਵਣਾ ਕਰ ਰਹੇ ਹਨ। ਸਦਾ ਥਿਰ ਪ੍ਰਭੂ ਵਿੱਚ ਟਿਕ ਕੇ ਪਵਿੱਤਰ ਹੋਏ ਮਨੁੱਖਾਂ ਦੇ ਮਨ ਨੂੰ ਵਿਕਾਰਾਂ ਦੀ ਮੈਲ ਕਦੇ ਨਹੀਂ ਲੱਗਦੀ, ਉਹਨਾਂ ਨੂੰ ਲੱਗੀ ਹੋਈ ਮੈਲ ਵੀ ਛੱਡ ਜਾਂਦੀ ਹੈ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦੀ ਭਟਕਣਾਵਾਂ ਦੂਰ ਹੋ ਜਾਂਦੀਆਂ ਹਨ। ਉਸ ਦਾ ਦੁਨੀਆ ਵਾਲਾ ਜਿਹੜਾ ਡਰ ਸਮੂਹ ਉਹ ਖਤਮ ਮੁੱਕ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਨਾਨਕ ਭੀ ਉਸ ਸਦਾ ਥਿਰ ਹਸਤੀ ਵਾਲੇ ਪ੍ਰਭੂ ਦੇ ਦਰ ਤੋਂ ਨਾਮ ਦੀ ਦਾਤ ਮੰਗਦਾ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ, ਜਿਸ ਦੀ ਸੋਹਣੀ ਸੂਰਤ ਅਤੇ ਜਿਸ ਦੀ ਬਾਵਜੂਦ ਆਦ ਤੋਂ ਹੀ ਚਲਦੀ ਆ ਰਹੀ ਹੈ। ਮੈਂ ਐਸੇ ਮਾਲਕ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ ਤੇ ਮੈਂ ਇਹ ਸਮਝਾ ਰਿਹਾ ਕਿ ਭਾਈ ਤੁਸੀਂ ਵੀ ਉਸ ਮਾਲਕ ਨਾਲ ਪਿਆਰ ਕਰੋ, ਤਾਂ ਕਿ ਤੁਹਾਡਾ ਵੀ ਜਨਮ ਮਰਨ ਜਿਹੜਾ ਹੈ ਉਹ ਖਤਮ ਹੋ ਸਕੇ, ਇਹ ਜਨਮ ਮਰਨ ਜਿਹੜਾ ਹੈ ਕੱਟਿਆ ਜਾ ਸਕੇ। ਜਿਵੇਂ ਸਤਿਗੁਰ ਪਾਤਸ਼ਾਹ ਜੀ ਨੇ ਲਾਸਟ ਪੰਕਤੀਆਂ ਦੇ ਵਿੱਚ ਸਾਨੂੰ ਬੜਾ ਹੀ ਸੋਹਣਾ ਕਰਕੇ ਸਮਝਾਵਣਾ ਕੀਤਾ ਹੈ। ਇੱਕ ਵਾਰੀ ਲਾਸਟ ਪੰਕਤੀਆਂ ਨੂੰ ਦੁਹਰਾ ਲਈਏ ਜੀ, ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਭਰਮ ਭਉ ਪਾਗੈ, ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ। ਸੋ ਸਾਧ ਸੰਗਤ ਜੋ ਸਮਾਂ ਇਜਾਜ਼ਤ ਨਹੀਂ ਦਿੰਦਾ, ਜਿੰਨਾ ਕੁ ਸਮਾਂ ਹੁੰਦਾ ਹੈ ਉਹ ਸਮਾਂ ਦੇ ਵਿੱਚ ਹੀ ਪਾਵਨ ਮੁਖਵਾਕ ਦੀ ਵਿਚਾਰ ਕਰਨੀ ਹੁੰਦੀ ਹੈ। ਕਈ ਵਾਰੀ ਸਾਧ ਸੰਗਤ ਜੋ ਮੁਖਵਾਕ ਇਹ ਜਿਵੇਂ ਅੱਜ ਦੇ ਮੁਖਵਾਕ ਹਨ ਅਸ਼ਟਪਦੀ ਦੇ ਰੂਪ ਦੇ ਵਿੱਚ, ਸੋ ਸਾਧ ਸੰਗਤ ਜੋ ਮੁਖਵਾਕ ਵੱਡੇ ਹੁੰਦੇ ਹਨ, ਲੇਕਿਨ ਸਮਾਂ ਬਹੁਤ ਥੋੜਾ ਹੁੰਦਾ ਹੈ, 25 ਮਿੰਟ ਦਾ ਸਮਾਂ ਹੁੰਦਾ ਹੈ, ਜਿਸ ਦੇ ਵਿੱਚ ਸਾਧ ਸੰਗਤ ਜੋ ਵਿਚਾਰ ਨਹੀਂ ਕੀਤੀ ਜਾ ਸਕਦੀ। ਲੇਕਿਨ ਸੰਖੇਪ ਮਾਤਰ ਦਾਸ ਨੇ ਪਾਵਨ ਮੁਖਵਾਕ ਦੀ ਵਿਚਾਰ ਕੀਤੀ ਹੈ। ਆਪ ਜੀ ਸਾਰੇ ਹੀ ਸੂਝਵਾਨ ਹੋ, ਦਾਸਾਂ ਪਾਸਿਓਂ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਸੋ ਬੇਨਤੀ ਹੈ, ਜਿਸ ਕਿਸੇ ਮਾਈ ਭਾਈ ਨੇ ਦਾਸ ਨਾਲ ਕੋਈ ਵੀ ਚੰਗਾ ਸੁਝਾਅ ਕਰਨਾ ਹੋਵੇ, ਕੋਈ ਸੁਝਾਅ ਵੀ ਦੇਣਾ ਹੋਵੇ, ਤੇ ਆਪ ਜੀ ਇਸ ਨੰਬਰ ਤੇ ਦਾਸ ਨੂੰ ਸੁਝਾਅ ਦੇ ਸਕਦੇ ਹੋ ਜੀ। 8750 10 63 75 ਇਹ ਦਾਸ ਦਾ ਇੰਡੀਆ ਦਾ ਨੰਬਰ ਹੈ ਜੀ। ਆਪ ਜੀ ਇਸ ਨੰਬਰ ਤੇ ਦਾਸ ਨਾਲ ਸੰਪਰਕ ਕਰ ਸਕਦੇ ਹੋ ਜੀ। ਬੁਲਾਈਏ ਫਤਿਹ, ਕਰੀਏ ਰਸਨਾ ਨੂੰ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।